Are you fine? Good, very good. All of you are fine. Dear students, in the previous video, which was regarding the graph, which was bar graph, we had discussed many aspects which are to be kept in mind while writing task number 1. Now, in this video, we will discuss about the line graph, so that we may understand the different nuances used to write a line graph. And everybody of you know that there are certain things which are to be kept in mind. ਸਭ ਤੋਂ ਪਹਿਲਾਂ ਜੋ ਸਟੇਟਮੈਂਟ ਦਿੱਤੀ ਹੁੰਦੀ ਹੈ ਉਸ ਨੂੰ ਅਸੀਂ ਪੈਰਾਫਰੇਜ਼ ਓਪਨਿੰਗ ਪੈਰਾਗ੍ਰਾਫ ਦੇ ਵਿੱਚ, ਜਿਸ ਨੂੰ ਕਿ ਕਈ ਵਾਰੀ ਇੰਟਰੋਡਕਸ਼ਨ ਵੀ ਕਹਿ ਦਈਦਾ ਹੈ, ਉਸ ਦੇ ਵਿੱਚ ਲਿਖਣਾ ਹੁੰਦਾ ਹੈ। ਔਰ we are to keep in mind that we are not to repeat the same words which are given in the statement. ਇਸ ਗੱਲ ਦਾ ਬਹੁਤ ਧਿਆਨ ਕਰਨਾ ਹੈ। ਸੈਕੰਡਲੀ, ਜੋ ਇੰਡੀਕੇਟਰਸ ਦਿੱਤੇ ਹੋਏ ਨੇ ਉਹਨਾਂ ਦੇ ਬਾਰੇ ਕਿ ਕਿਹੜਾ ਇੰਡੀਕੇਟਰ ਕਿਹਦੇ ਬਾਰੇ ਹੈ ਉਸ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਹੈ। ਜਿਵੇਂ ਕਿ ਇੱਥੇ 4 ਮੋਡਸ ਹੈਗੇ ਨੇ ਤੇ ਉਹਨਾਂ ਦੇ ਇੰਡੀਕੇਟਰਸ ਵੱਖਰੇ ਵੱਖਰੇ ਨੇ। ਫਿਰ ਸਿਨੋਨਿਮਸ ਵੀ ਯੂਜ਼ ਕਰਨੇ ਹੁੰਦੇ ਨੇ ਕਿ ਵਾਰ-ਵਾਰ ਇੱਕੋ ਹੀ ਵਰਡਸ ਰਿਪੀਟ ਨਹੀਂ ਕਰਨੇ ਹੁੰਦੇ। ਵੀ ਆਰ ਟੂ ਯੂਜ਼ the synonyms, and secondly connectors should also be suitably used. You know all these things very well. ਪਹਿਲਾਂ ਵੀ ਤੁਸੀਂ ਕਿਤਾਬਾਂ 'ਚ ਪੜ੍ਹਿਆ ਹੋਵੇਗਾ ਜਾਂ ਕਿਤੇ ਨਾ ਕਿਤੇ ਮੀਨਿੰਗ ਕਿ ਤੁਸੀਂ ਜਿੱਥੇ ਟ੍ਰੇਨਿੰਗ ਲੈ ਰਹੇ ਹੋ ਉੱਥੇ ਵੀ ਤੁਹਾਨੂੰ ਦੱਸਿਆ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਦਾ ਬਾਰੇ ਤੁਹਾਨੂੰ ਪਤਾ ਹੈ ਕਿ 150 ਵਰਡਸ ਦੇ ਵਿੱਚ ਅਸੀਂ ਲਿਖਣਾ ਹੁੰਦਾ ਹੈ। ਇਟ ਸ਼ੁਡ ਨਾਟ ਬੀ ਸ਼ਾਰਟ ਦੈਨ 150 ਵਰਡਸ। ਔਰ ਬਹੁਤ ਜ਼ਿਆਦਾ ਵੱਡਾ ਵੀ ਨਹੀਂ ਲਿਖ ਦੇਣਾ ਕਿ ਜਿਸ ਦੇ ਨਾਲ ਕਿ ਜਿਹੜਾ ਹੈਗਾ ਵੀ ਉਹ ਇੰਪ੍ਰੈਸ਼ਨ ਹੀ ਬਹੁਤ ਲੂਜ਼ ਹੋ ਜਾਵੇ। ਇਸ ਕਰਕੇ ਅਸੀਂ ਵੀ ਆਰ ਟੂ ਟੇਕ ਕੇਅਰ ਆਫ ਈਚ ਐਂਡ ਐਵਰੀਥਿੰਗ ਟੂ ਅਰਨ ਗੁੱਡ ਬੈਂਡਸ ਇਨ ਦਿਸ ਵੈਰੀ ਟਾਸਕ ਨੰਬਰ 1। ਔਰ ਲੈਟ ਅਸ ਕਮ ਟੂ ਦ ਪੁਆਇੰਟ। ਜੇਕਰ ਤੁਹਾਨੂੰ ਮੈਂ ਫਾਰਮੂਲਾ ਹੀ ਦੱਸਦਾ ਜਾਵਾਂਗਾ ਕਿ ਇਸ ਤਰ੍ਹਾਂ ਕਰਨਾ ਹੈ, ਇਸ ਤਰ੍ਹਾਂ ਕਰਨਾ ਹੈ, ਇਸ ਤਰ੍ਹਾਂ ਕਰਨਾ ਹੈ, ਦੈਟ ਇਜ਼ ਨਾਟ ਸਫੀਸ਼ੀਐਂਟ। Practically I will write, और इसनों असी step by step discuss करांगे। And secondly, may I tell you that I have written it in my own words, not copying from any book. And those very writings are effective which you write in your own words. Whenever you try to copy the same things time and again, that does not give good bands to us. So let us start. The graph below shows the quantities of goods exported by America to other countries between 1980 to 2005. कि 1980 ਤੋਂ ਲੈ ਕੇ 2005 ਤੱਕ ਅਮਰੀਕਾ ਨੇ ਬਾਕੀ ਦੇਸ਼ਾਂ ਨੂੰ, ਬਾਹਰਲੇ ਦੇਸ਼ਾਂ ਨੂੰ ਜੋ ਆਪਣੀਆਂ ਗੁੱਡਸ ਐਕਸਪੋਰਟ ਕੀਤੀਆਂ, ਬਾਹਰ ਭੇਜੀਆਂ, ਉਹਨਾਂ ਦੇ ਬਾਰੇ ਕਹਿੰਦਾ ਕਿ ਗ੍ਰਾਫ ਦਿੱਤਾ ਗਿਆ ਹੈ ਬਾਈ ਡਿਫਰੈਂਟ ਮੋਡਸ, ਵੱਖ-ਵੱਖ ਮੋਡਸ ਦੀ ਵਰਤੋਂ ਕਰਦੇ ਹੋਏ, ਸਾਧਨਾਂ ਦੀ ਵਰਤੋਂ ਕਰਦੇ ਹੋਏ ਆਫ ਟਰਾਂਸਪੋਰਟ, ਵੀ ਟਰਾਂਸਪੋਰਟ ਦੇ ਵੱਖ-ਵੱਖ ਸਾਧਨਾਂ ਦੀ ਵਰਤੋਂ ਕਰਦੇ ਹੋਏ। ਸਮਰਾਈਜ਼ ਦ ਇਨਫੋਰਮੇਸ਼ਨ ਬਾਈ ਸਿਲੈਕਟਿੰਗ, ਮਤਲਬ ਕਿ ਇਸ ਇਨਫੋਰਮੇਸ਼ਨ ਨੂੰ ਜਿਹੜੀ ਕਿ ਗ੍ਰਾਫ ਦੇ ਵਿੱਚ ਦਿੱਤੀ ਹੋਈ ਹੈ ਇਸ ਨੂੰ ਸਮਰਾਈਜ਼ ਕਰੋ, ਰਿਪੋਰਟ ਕਰੋ। ਇਟਸ ਜਸਟ ਰਿਪੋਰਟਿੰਗ। ਸਮਰਾਈਜ਼ ਕਰੋ ਜਿਹੜੀ ਇਨਫੋਰਮੇਸ਼ਨ ਹੈ ਬਾਈ ਸਿਲੈਕਟਿੰਗ ਐਂਡ ਰਿਪੋਰਟਿੰਗ ਦ ਮੇਨ ਫੀਚਰਸ। ਇੱਥੇ ਸਟ੍ਰੈਸ ਦੇਣਾ ਐਂਡ ਰਿਪੋਰਟਿੰਗ ਦ ਮੇਨ ਫੀਚਰਸ। ਮੇਨ ਫੀਚਰ ਕਿਹੜੇ ਹੁੰਦੇ ਨੇ? ਜੇਕਰ ਇੱਕਦਮ ਕਿਸੇ ਚੀਜ਼ ਦਾ ਵਾਧਾ ਹੋਇਆ ਹੈ ਤਾਂ ਉਹ ਵੀ ਮੇਨ ਫੀਚਰ ਹੋ ਗਿਆ। ਜੇਕਰ ਘਾਟਾ ਹੋਇਆ ਹੈ, ਕੋਈ ਐਬਿੰਗ ਹੋਈ ਹੈ, ਸਲੋ ਡਾਊਨ ਹੋਈ ਹੈ, ਜਾਂ ਮੀਨਿੰਗ ਕਿ ਕੋਈ ਚੀਜ਼ ਇੱਕਦਮ ਘਟੀ ਹੈ, ਰਿਡਿਊਸਡ ਹੋਈ ਹੈ, ਤਾਂ ਉਹ ਮੇਨ ਫੀਚਰ ਦੇ ਵਿੱਚ ਆ ਜਾਂਦਾ ਹੈ। ਰਿਪੋਰਟਿੰਗ ਦ ਮੇਨ ਫੀਚਰਸ ਐਂਡ ਮੇਕ ਕੰਪੈਰੀਜ਼ਨਸ। ਇਹਦੇ ਕੰਪੈਰੀਜ਼ਨ ਕਰੋ, ਮੁਕਾਬਲਾ ਕਰੋ ਇੱਕ ਦੂਜੇ ਦੇ ਨਾਲ। ਵੇਅਰ ਰੈਲੇਵੈਂਟ, ਜਿੱਥੇ ਵੀ ਇਹ ਰੈਲੇਵੈਂਟ ਹੋਵੇ, ਜਿੱਥੇ ਵੀ ਇਹ ਯਥਾਯੋਗ ਹੋਵੇ। ਹੁਣ ਇਸ ਨੂੰ
ਅਸੀਂ ਹੂਬਹੂ same to same ਲਿਖਣ ਦੀ ਬਜਾਏ we will write it in the opening paragraph which sometimes mentioned as introduction. The given line graph, now I have started like this. The given line graph reveals, it shows, and I have used the word reveals, the समझदा है, reveals the amount of goods, के जो goods सन उन्हां दी मिकदार in million tons, भी ये मिकदार है किहदे विच, million tons दे विच है ये, मेरे 10 ਲੱਖ ਦਾ ਹੁੰਦਾ है, you know well about it. Sent to other nations, ਜਿਹੜੀ ਕਿ ਦੂਜੇ ਦੇਸ਼ਾਂ ਨੂੰ, ਹੁਣ ਕੰਟਰੀਜ਼ ਸ਼ਬਦ ਦੀ ਵਰਤੋਂ ਨਹੀਂ ਮੈਂ ਕੀਤੀ, ਨੇਸ਼ਨ ਦੀ ਕਰ ਲਈ ਹੈ, ਅਦਰ ਨੇਸ਼ਨਸ, ਦੂਜੇ ਦੇਸ਼ਾਂ ਨੂੰ ਜੋ ਕਿ ਭੇਜੇ ਗਏ ਕਿਵੇਂ, ਯੂਜ਼ਿੰਗ ਵੇਰੀਅਸ ਮੋਡਸ, ਵੱਖ-ਵੱਖ ਮੋਡ, ਵੱਖ-ਵੱਖ ਸਾਧਨਾਂ ਦੀ ਵਰਤੋਂ ਕਰਦੇ ਹੋਏ। ਹੁਣ ਇਸ ਤੋਂ ਅੱਗੇ ਬੋਡੀ ਪੈਰਾਗ੍ਰਾਫ ਨੰਬਰ 1 ਆਪਾਂ ਸਟਾਰਟ ਕਰਾਂਗੇ। ਇੱਥੇ ਲਿਖਣਾ ਨਹੀਂ ਹੈ, BP1 ਲਿਖਣਾ ਨਹੀਂ ਹੈ, ਅੰਡਰਸਟੂਡ ਇਹ ਹੈ ਕਿ BP1 ਹੈ। It is evident from the graph that water was the preferred mean, which stood at 90 millions in 1980. ਹੁਣ ਗ੍ਰਾਫ ਦੇ ਉੱਤੇ ਆਓ ਤਾਂ ਇੱਥੇ ਸਭ ਤੋਂ ਜ਼ਿਆਦਾ ਜੋ ਸੀ ਪਾਣੀ, ਜੋ ਸੀ ਵਾਟਰ, ਮਤਲਬ ਪਾਣੀ ਦੇ ਰਾਹੀਂ ਜੋ ਸ਼ਿਪਸ ਸੀ ਉਹਨਾਂ ਦੀ ਵਰਤੋਂ ਕੀਤੀ ਗਈ, ਔਰ ਇਹ ਇੱਥੇ 1980 ਦੇ ਵਿੱਚ 90 ਮਿਲੀਅਨ ਟਨਸ ਤੋਂ ਸਟਾਰਟ ਹੋਇਆ। ਇਹ ਦੇਖੋ ਮੈਂ ਵਾਟਰ ਦੇ ਵਾਸਤੇ ਸਟਾਰਸ ਜਿਹੜੇ ਹੈਗੇ ਨੇ ਇੰਡੀਕੇਟਰ ਬਣਾਏ ਨੇ, ਰੇਲਵੇ ਦੇ ਵਾਸਤੇ ਸਕੇਅਰ ਨੇ ਜਿਹੜੇ ਕਿ ਬੋਰਡ ਸਕੇਅਰਸ, ਔਰ रोड के वास्ते ट्रायंगल्स विच आर एम्प्टी और होलो। फिर एयर जो है, एयर के वास्ते ये एरो मार्क बनाए हुए ने, और ये अकॉर्डिंगली जिमें जिमें लाइन ग्राफ दे विच कोई चीज़ बढ़ती है घटती है, वी विल डिस्कस, वी विल राइट इट अबाउट। तो हुण इथों गल आपां स्टार्ट कीती है। हुण मतलब कि ये 4 नोट्स ने कि आपां 2 बॉडी पैराग्राफ नंबर 1 ਦੇ ਵਿੱਚ ਮੈਂਸ਼ਨ ਕਰ ਦਿਆਂਗੇ, ਉਹਨਾਂ ਨੂੰ ਇਲਸਟ੍ਰੇਟ ਕਰ ਦਿਆਂਗੇ, ਤੇ ਬਾਕੀ ਦੇ 2 ਬॉडी ਪੈਰਾਗ੍ਰਾਫ ਨੰਬਰ 2 ਦੇ ਵਿੱਚ ਅਸੀਂ ਰਾਈਟ ਕਰ ਦਿਆਂਗੇ, ਉਹਨਾਂ ਨੂੰ ਇਲਸਟ੍ਰੇਟ ਕਰ ਦਿਆਂਗੇ, ਔਰ ਉਸ ਤੋਂ ਬਾਅਦ ਜੋ ਹੈ ਕਲੋਜ਼ਿੰਗ ਪੈਰਾਗ੍ਰਾਫ, ਜਿਸ ਨੂੰ ਕਿ ਕਈ ਵਾਰੀ ਅਸੀਂ ਕਨਕਲੂਜਨ ਵੀ ਕਹਿ ਦਿੰਦੇ ਆ, ਉਹ ਅਸੀਂ ਲਿਖ ਦਿਆਂਗੇ। ਤਾਂ ਹੁਣ ਬॉडी ਪੈਰਾਗ੍ਰਾਫ ਨੰਬਰ ਜਦੋਂ 1 ਸਟਾਰਟ ਕੀਤਾ ਹੈ ਤੇ ਇਸ ਦੇ ਵਿੱਚ 2 ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਮੈਂ ਵਾਟਰ ਔਰ ਰੋਡ ਦੇ ਬਾਰੇ ਮੈਂਸ਼ਨਿੰਗ ਕੀਤੀ ਹੈ, ਇਲਸਟ੍ਰੇਸ਼ਨ ਕੀਤੀ ਹੈ, ਡਿਸਕ੍ਰਿਪਸ਼ਨ ਕੀਤੀ ਹੈ। ਤਾਂ ਪਹਿਲਾਂ ਅਸੀਂ ਸਟਾਰਟ ਕੀਤਾ ਹੈ ਇਸ ਤੋਂ, ਮੀਨਿੰਗ ਕਿ ਵਾਟਰ ਮੀਨਸ ਤੋਂ। ਤਾਂ ਇਟ ਇਜ਼ ਐਵੀਡੈਂਟ, ਐਵੀਡੈਂਟ ਦਾ ਮਤਲਬ ਕਲੀਅਰ ਹੈ। ਇਸ ਤੋਂ ਗ੍ਰਾਫ ਤੋਂ ਕਲੀਅਰ ਹੀ ਹੈ, ਫਰੋਮ ਦਾ ਗ੍ਰਾਫ ਤੋਂ ਸਪਸ਼ਟ ਹੀ ਹੈ, ਕਲੀਅਰ ਹੀ ਹੈ that water was the preferred mean, कि वाटर जो सी पानी यानी कि शिप्स वगैरह सी, वो प्रेफर्ड, उन्होंने प्रेफरेंस दी गई, वो मीन नो प्रेफरेंस दी गई, which stood at 90 million tons in 1980। ओपनिंग ईयर है, स्टार्टिंग ईयर है 1980। इस दे विच सब तो प्रेफरेंस जिहड़ी सी वो दी गई पानी नूं। एक चीज़ होर मैं तुहानूं दस दियां कि ग्राफ दे विच आपां अपनी तरफ तो कुछ नहीं लिखना हुंदा। मीनिंग ये नहीं है कि असी अपने तो मीनिंग के कोई क्यास अलाई कर लीए, कोई प्रेडिक्शन कर लीए कि इस तरह होएगा, इस तरह होएगा, नथिंग ऑफ दैट। व्हाटसएवर इज रिटन हियर, व्हाटसएवर इज गिवन हियर, उस नूं ही असी रिपोर्टिंग करनी है, इलस्ट्रेट करना है। सैकंडली दिमाग में ये नहीं सोचना कि ये किवें हो सकता है, ये किवें हो सकता है, ये नहीं हो सकता, ये तो यार गलत है, नथिंग ऑफ दैट। जो है उसकी बस आपां रिपोर्टिंग कर देनी है। फ्रॉम अवर पार्ट वी आर नॉट टू ऐड एनीथिंग, व्हाटसएवर इज गिवन वी आर टू report that, and that is to be done in the past tense, because here the time is past, that have passed me. That's why we are to write this graph in the past tense, most of the time in past indefinite tense, sometime in past voice also some of the sentences may be written. Let us go further.
It is evident from the graph that water was the preferred mean which stood at 90 million tons in 1980. However, ਇਹ ਹੁਣ ਇੱਥੇ ਮੈਂ ਕਨੈਕਟਰ ਦੀ ਵਰਤੋਂ ਕੀਤੀ ਹੈ। However, ਫਿਰ ਵੀ it went on decreasing consistently ਹੁੰਦਾ ਲਗਾਤਾਰ। ਹੁਣ ਅੱਗੇ ਗੱਲ ਕਰ ਦਿੱਤੀ ਕਿ ਸਟਾਰਟਿੰਗ ਤਾਂ ਬੜੀ ਉੱਚੀ 90 ਮਿਲੀਅਨ ਟਨ ਤੋਂ ਹੋਈ, ਪਰ ਹੁਣ ਹੌਲੀ ਹੌਲੀ ਕੰਸਿਸਟੈਂਟਲੀ ਲਗਾਤਾਰ ਇਹ ਮੋਡ ਦੀ ਵਰਤੋਂ ਘਟਦੀ ਹੀ ਗਈ ਕੰਸਿਸਟੈਂਟਲੀ till it dropped to 40 million tons in 2005। ਹੁਣ ਲਾਸਟ ਜੋ ਈਅਰ ਦਿੱਤਾ ਹੈ 2005, ਇਸ ਦੇ ਵਿੱਚ ਇਹ ਪਹੁੰਚ ਗਿਆ ਕਿੱਥੇ 40 ਮਿਲੀਅਨ ਟਨ ਦੀ ਲਾਈਨ ਦੇ ਵਿੱਚ ਇੱਥੇ ਪਹੁੰਚ ਗਿਆ in 2005। ਇਧਰੋਂ ਅਸੀਂ ਜੋ ਟਾਈਮ ਦਿੱਤਾ ਹੈ ਉਸ ਨੂੰ ਦੇਖਣਾ ਹੈ, ਇਧਰੋਂ ਅਸੀਂ ਉਸ ਦੀ ਮੈਗਨੀਟਿਊਡ ਦੇਖਣੀ ਹੈ ਕਿ ਮਿਕਦਾਰ ਕਿੰਨੀ ਹੈ, ਤੇ ਫਿਰ ਉਸ ਨੂੰ ਰਿਪੋਰਟਿੰਗ ਕਰ ਦੇਣੀ ਹੈ ਕਿ on decreasing consistently till it dropped to 40 million tons in 2005। road was, ਹੁਣ ਮੈਂ ਸੈਕਿੰਡ ਸ਼ੁਰੂ ਕਰ ਲਿਆ, ਇੱਕ ਵਾਰ ਮੈਂਸ਼ਨਿੰਗ ਹੋ ਗਈ, ਹੁਣ ਸੈਕਿੰਡ ਸ਼ੁਰੂ ਕਰ ਲਿਆ ਕਿ road was। ਇਹ ਜ਼ਰੂਰੀ ਵੀ ਨਹੀਂ ਹੈ ਕਿ ਇਸ ਤੋਂ ਬਾਅਦ ਇਹੀ ਮੈਂਸ਼ਨ ਕਰਨਾ ਹੈ, ਅਸੀਂ ਇਸ ਤੋਂ ਬਾਅਦ ਇਹ ਕਰ ਸਕਦੇ ਹਾਂ ਜਾਂ ਇਸ ਤੋਂ ਬਾਅਦ ਇਹ ਵੀ ਕਰ ਸਕਦੇ ਹਾਂ। ਤਾਂ ਮੀਨਿੰਗ ਕਿ ਹੁਣ ਨੈਕਸਟ ਮੈਂ road ਜੋ ਹੈ ਉਸ ਨੂੰ ਡਿਸਕ੍ਰਾਈਬ ਕੀਤਾ ਹੈ। road was the second popular tool which was experienced to carry 70 million tons in 1980। ਤਾਂ ਹੁਣ ਇਹ ਤਾਂ ਕਿਉਂਕਿ ਟਾਈਮ ਹੈ ਇਸ ਕਰਕੇ ਵਰਡ ਰਿਪੀਟ ਵੀ ਹੋ ਗਿਆ ਤਾਂ ਦੈਟ ਹਾਰਡਲੀ ਮੈਟਰਸ, ਕਿਉਂਕਿ ਟਾਈਮ ਹੈ ਤਾਂ ਇਸ ਕਰਕੇ ਇਹ ਜਿਹੜਾ ਟੂਲ ਸੀ ਮੀਨਿੰਗ ਕਿ ਮੋਡ ਦੀ ਜਗ੍ਹਾ ਤੇ ਮੈਂ ਟੂਲ ਸ਼ਬਦ ਵਰਤਿਆ, ਟੂਲ which was experienced to carry 70 million tons in 1980। 1980 ਦੇ ਵਿੱਚ 70 ਮਿਲੀਅਨ ਟਨਸ ਤੋਂ ਇਹ ਯੂਟਿਲਾਈਜੇਸ਼ਨ ਸਟਾਰਟ ਹੋਈ ਔਰ ਫਿਰ ਅੱਗੇ ਕੀ ਹੋਇਆ in 1980। ਬਟ ਇੱਥੇ ਹੁਣ ਕੋਮਾ ਲਗਾ ਕੇ ਤੇ ਬਟ ਕਨੈਕਟਰ ਜੋ ਸੀ ਇਹ ਯੂਜ਼ ਕੀਤਾ, ਬਟ ਫੈਲ ਸ਼ਾਰਪਲੀ। ਇਹ ਤੋਂ ਬਾਅਦ ਹੁਣ ਇੱਕਦਮ ਇਹ ਸ਼ਾਰਪਲੀ ਇੱਕਦਮ ਘਟਿਆ ਇਹ 40 ਤੇ ਪਹੁੰਚ ਗਿਆ, ਕਿਹੜਾ ਸਨ ਸੀ 1990। ਤਾਂ ਕਰਕੇ ਲਿਖਿਆ fell sharply to 40 million tons in the next decade। ਹੁਣ 10 ਸਾਲ ਲਿਖਣ ਦੀ ਬਜਾਏ ਜਾਂ ਮਤਲਬ ਲਿਖਣ ਦੀ ਬਜਾਏ ਮਤਲਬ ਇਹਨੇ ਤੋਂ ਇਹਨੇ ਮੈਂ ਮਤਲਬ decade ਸ਼ਬਦ ਯੂਜ਼ ਕਰ ਲਿਆ। decade means 10 years। it fluctuated further। fluctuation ਦਾ ਮਤਲਬ ਹੁੰਦਾ ਕਦੇ ਘਟਣਾ ਕਦੇ ਵਧਣਾ। it fluctuated further and added to 50 million tons in 2005। ਇਸ ਦੀ ਗੱਲ ਹੋ ਰਹੀ ਹੈ। ਇੱਥੇ ਹੁਣ ਕੀ ਹੋਇਆ ਕਿ 40 ਤੇ ਪਹੁੰਚ ਕੇ ਇਹ ਫਿਰ ਵਧਿਆ ਫਿਰ ਗਿਆ ਇੱਥੇ ਪਹੁੰਚ ਗਿਆ 60 ਮਿਲੀਅਨ ਟਨਸ ਤੇ 2000 ਵਿੱਚ, ਤੇ ਫਿਰ ਉਸ ਤੋਂ ਬਾਅਦ ਫਿਰ ਘਟ ਗਿਆ ਤੇ ਲਾਸਟਲੀ 2005 ਦੇ ਵਿੱਚ ਇੱਥੇ 50 ਮਿਲੀਅਨ ਟਨ ਤੇ ਪਹੁੰਚ ਗਿਆ। ਤਾਂ ਕਰਕੇ ਵਰਡ ਜਿਹੜਾ ਹੈ ਫਲਕਚੁਏਟਡ ਯੂਜ਼ ਕੀਤਾ ਗਿਆ ਹੈ। The next decade it fluctuated further and ebbed ਦਾ ਮਤਲਬ ਹੁੰਦਾ ਨੀਚੇ ਚਲਾ ਜਾਣਾ, ebbed to 50 million tons in 2005। ਤਾਂ ਇਸ ਤਰ੍ਹਾਂ ਕਰਕੇ ਦੋ ਜਿਹੜੇ ਮੋਡਸ ਹਨ that has been explained, that has been described, ਔਰ body paragraph 1 ਜੋ ਹੈ that has come to an end। ਇਸ ਤੋਂ ਅੱਗੇ ਅਸੀਂ body paragraph ਜਿਹੜਾ ਸੈਕਿੰਡ ਹੈ ਉਹਦੇ ਵਿੱਚ ਬਾਕੀ ਦੇ ਦੋ ਮੋਡਸ ਨੇ ਉਹਨਾਂ ਦੀ ਗੱਲ ਕਰਾਂਗੇ। And in the end we will write the closing paragraph। Dear students, before we go further, it is a request from my part that if you are new to my channel, please like this video and subscribe my channel on YouTube। Thanks in anticipation। ਐਡਵਾਂਸ ਵਿੱਚ ਹੀ ਤੁਹਾਡਾ ਧੰਨਵਾਦ ਹੋਏਗਾ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓਗੇ। It is a request from my part। Okay, let us proceed further। Now we have to start body paragraph number 2, meaning BP2। On the other hand, rail started at a low rate of 40 million tons in 1980। ਹੁਣ ਰੇਲਵੇ ਦੀ ਗੱਲ ਆ ਗਈ। ਰੇਲ ਦਾ ਇਹ ਸਾਡੇ ਕੋਲ ਇੰਡੀਕੇਟਰ ਹੈਗਾ ਹੈ, ਇੱਥੋਂ ਸਟਾਰਟ ਕਰਕੇ 1980 ਤੋਂ 40 ਮਿਲੀਅਨ ਟਨਸ ਤੋਂ ਸਟਾਰਟ ਕਰਕੇ ਅੱਗੇ ਫਰਦਰ ਕੀ ਹੋਇਆ ਕੀ ਵਾਪਰਿਆ। ਲੋ ਰੇਟ ਆਫ
40 million tons in 1980 and increased 1.5 times in the following 10 years. ਆਉਣ ਵਾਲੇ ਸਾਲਾਂ ਦੇ ਵਿੱਚ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹ ਕੀ ਹੋਇਆ ਕਿ ਇਹ 1.5 ਗੁਣਾ ਹੋ ਗਿਆ, ਇਹ 1.5 ਗੁਣਾ ਹੋ ਗਿਆ। rose to the following 10 years, here I was discussing in 1980 and increased 1.5 times in the following 10 years. ਆਉਣ ਵਾਲੇ 10 ਸਾਲਾਂ ਦੇ ਵਿੱਚ 1.5 ਗੁਣਾ ਵੱਧ ਗਿਆ। ਹੁਣ 1980 ਤੋਂ ਲੈ ਕੇ ਤੇ 1990 ਤੱਕ ਇਹ 10 ਸਾਲ ਹੁੰਦੇ ਨੇ ਤੇ ਇੱਥੇ ਇਹ 60 ਪਹੁੰਚ ਗਿਆ, 40 ਤੋਂ 60 ਪਹੁੰਚ ਗਿਆ। ਤਾਂ ਕਰਕੇ I have used the word it increased 1.5 times, 1.5 ਗੁਣਾ, ਮਤਲਬ 40 ਦਾ 1.5 ਗੁਣਾ 60 ਹੁੰਦਾ ਹੈ। ਇਹਦੀ ਬਜਾਏ ਕਿ 40 ਤੋਂ 60 ਹੋ ਗਿਆ, ਇਹ ਲਿਖਣ ਦੀ ਬਜਾਏ I have written it that it increased 1.5 years in the following 10 years. ਤੁਸੀਂ ਵੀ ਇਸ ਤਰ੍ਹਾਂ ਕਰਕੇ ਬਦਲ ਕੇ ਲਿਖਣਾ ਹੈ। gradually rose to 60 million tons in 2005 ਲਾਸਟ ਦੇ ਵਿੱਚ ਜਦੋਂ ਕਿ 2005 ਫਾਈਨਲ ਈਅਰ ਸੀ ਤੇ ਫਿਰ ਉੱਥੇ 60 ਮਿਲੀਅਨ ਟਨ ਤੇ ਪਹੁੰਚ ਗਿਆ। ਇਹ ਕਿਹਦੀ ਗੱਲ ਹੋ ਰਹੀ ਹੈ? ਇਹ ਬਾਏ ਰੇਲਵੇ ਕੈਰਿਜ ਜੋ ਹੈ ਉਸ ਦੀ ਗੱਲ ਹੋ ਰਹੀ ਸੀ। ਨਾਓ because we had mentioned it there, next is despite it, ਇੱਥੇ ਹੁਣ ਮੈਂ ਇੱਕ ਕਨੈਕਟਰ ਯੂਜ਼ ਕੀਤਾ ਹੈ despite it, ਇਸ ਦੇ ਬਾਵਜੂਦ the air carriage performed poorly in the starting year ਹੈ 1980 ਕਿ 1980 ਦੇ ਵਿੱਚ ਸਟਾਰਟਿੰਗ ਈਅਰ ਦੇ ਵਿੱਚ ਜੋ 에ਅਰ ਕੈਰਿਜ ਸੀ, ਕੈਰਿੰਗ ਬਾਈ 에ਅਰ, ਜੋ ਮਾਲ 에ਅਰਲਾਈਨ ਇੱਕ ਤਾਂ ਦੂਜੀ ਨੇਸ਼ਨ ਦੇ ਪਹੁੰਚਾਇਆ ਜਾਂਦਾ ਸੀ, ਉਹ ਉਸਨੇ ਪੂਅਰਲੀ ਸਟਾਰਟ ਕੀਤਾ ਦਾ ਮਤਲਬ ਕੀ ਹੈ ਕਿ that was not preferred mode of transportation, and despite it the air carriage performed poorly in the starting year, gained popularity in the forthcoming years। ਪਰ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਹੋਇਆ ਕਿ ਇਹ ਪਪੂਲੈਰਿਟੀ ਗੇਨ ਕਰ ਗਿਆ, ਮਤਲਬ ਕਿ ਪ੍ਰੈਫਰੈਂਸ ਗੇਨ ਕਰ ਗਿਆ, ਪਪੂਲੈਰਿਟੀ ਗੇਨ ਕਰ ਗਿਆ in the forthcoming years, ਆਉਣ ਵਾਲੇ ਸਾਲਾਂ ਦੇ ਵਿੱਚ, and touched the peak, ਤੇ ਬੜੀ ਸਿਖਰ ਦੇ ਉੱਤੇ ਜਾ ਪਹੁੰਚਿਆ, and touched the peak। ਇੱਥੇ ਤੁਸੀਂ dramatically rose to 90 ਵੀ ਲਿਖ ਸਕਦੇ ਹੋ, ਮੀਨਿੰਗ ਕਿ ਅਸੀਂ ਮੈਂਸ਼ਨ ਕਰਨ ਦਾ ਜੋ ਅੰਦਾਜ਼ ਹੈ ਆਪਣਾ ਹੈ। dramatically increase to 90 ਵੀ ਲਿਖ ਸਕਦੇ ਸੀ, ਪਰ ਮੈਂ ਇਹਨੂੰ ਲਿਖਿਆ and touched the peak at 90 million tons in 2005 closing year ਹੈ ਜਿਹੜਾ ਜਿਹਦੇ ਬਾਰੇ ਕਿ ਗ੍ਰਾਫ ਇਹ ਹੈਗਾ ਹੈ। ਤਾਂ ਇਸ ਤਰ੍ਹਾਂ ਕਰਕੇ ਬੋਡੀ ਪੈਰਾਗ੍ਰਾਫ 2 ਜੋ ਹੈ that has come to an end here। ਹੁਣ ਆ ਗਿਆ ਕਲੋਜ਼ਿੰਗ ਪੈਰਾਗ੍ਰਾਫ, ਜਿਸ ਨੂੰ ਕਿ ਮੋਸਟਲੀ ਅਸੀਂ ਕੰਕਲੂਜਨ ਵੀ ਕਹਿ ਦਿੰਦੇ ਹਾਂ, ਅਦਰਵਾਈਜ਼ ਕੰਕਲੂਜਨ ਤੇ ਹੈ ਨਹੀਂ ਆਪਣੇ ਵੱਲੋਂ, ਕਿਉਂਕਿ ਅਸੀਂ ਕੁਝ ਨਹੀਂ ਦੇ ਰਹੇ। ਪਰ ਇਵਨ ਦੈਨ ਕਿ ਇਹ ਕਲੋਜ਼ਿੰਗ ਪੈਰਾਗ੍ਰਾਫ ਜੋ ਹੈ ਇਸ ਨੂੰ ਕਿਵੇਂ ਲਿਖਾਂਗੇ? ਫਾਈਨਲੀ ਇਟ ਇਜ਼ ਲਿਸਟਡ, ਫਾਈਨਲੀ ਇਹ ਤਾਂ ਬਿਲਕੁਲ ਕਲੀਅਰ ਹੀ ਹੈ, ਮਤਲਬ ਕਿ ਤਾਂ ਸਾਰੀ ਚੀਜ਼ ਬਿਲਕੁਲ ਕਲੀਅਰ ਹੈ। ਲਿਸਟਡ ਮੀਨਸ ਕਿ crystal clear or transparent that although water was top performer in the beginning, कि शुरू ਦੇ ਵਿੱਚ ਜੋ ਪਾਣੀ ਸੀ ਨਾ that was the top performer, meaning कि that was preferred means of modes of transportation, it lost preference in the years to come। ਆਉਣ ਵਾਲੇ ਸਾਲਾਂ ਦੇ ਵਿੱਚ ਇਹਦੀ ਪ੍ਰੈਫਰੈਂਸ ਜੋ ਸੀ, ਇਸ ਦੀ ਪਪੂਲੈਰਿਟੀ ਜੋ ਸੀ ਉਹ ਇਨਕਰੀਜ਼ ਨਹੀਂ ਹੋਈ ਬਲਕਿ ਘਟ ਗਈ, ਇਹ ਘਟ ਗਈ। ਐਂਡ that's why I have written it lost preference in the years to come and was substituted by air। ਹੁਣ substituted word use ਕੀਤਾ। substitute ਦਾ ਮਤਲਬ ਕੀ ਹੁੰਦਾ ਹੈ? substitute ਦਾ meaning ਹੁੰਦਾ ਹੈ ਕਿ ਇੱਕ ਚੀਜ਼ ਨੂੰ ਡਿਸਕਾਰਡ ਕਰਕੇ ਉਹਦੀ ਥਾਂ ਤੇ ਕੋਈ ਹੋਰ ਚੀਜ਼ ਦਾ ਆ ਜਾਣਾ, that is substitution। तो इस करके substituted word की वैल्यू कितनी गई है? preference in the year to come and was substituted
by air at the end। ਐਟ ਦਾ ਐਂਡ ਦਾ ਮਤਲਬ ਹੈ ਕਿ 2005 ਜਿਹੜਾ ਕਿ ਕਲੋਜ਼ਿੰਗ ਟਾਈਮ ਹੈਗਾ ਗ੍ਰਾਫ ਦੇ ਵਿੱਚ ਦਿੱਤਾ ਹੋਇਆ ਕਿ ਅੰਤ ਦੇ ਵਿੱਚ ਜੋ ਸੀ 에ਅਰ ਜੋ ਸੀ ਉਹਦੀ ਜਗ੍ਹਾ ਲੈ ਗਿਆ ਕਿਸ ਦੀ ਕਿ ਪਹਿਲਾਂ ਜੋ ਸੀ ਵਾਟਰ ਜੋ ਸੀ ਪ੍ਰੈਫਰੈਂਸ ਜਿਸ ਦੇ ਕਿ ਵਾਟਰ ਦੀ ਮੀਨਿੰਗ ਕਿ that was the popular mode of transportation but now it is the air which has substituted to that very mode of transportation। ਇਸ ਤਰ੍ਹਾਂ ਕਰਕੇ ਇਹ that will come to an end ਅਤੇ ਇਸ ਤਰ੍ਹਾਂ ਤੁਸੀਂ ਮੀਨਿੰਗ ਕਿਹਨਾਂ ਵਾਲਾ ਵਰਡਸ ਦਾ ਵੀ ਖਿਆਲ ਕਰਨਾ ਹੈ ਗ੍ਰਾਮੈਟਿਕਲੀ ਵੀ ਕਨੈਕਟਰਸ ਦਾ ਵੀ ਧਿਆਨ ਰੱਖੋਗੇ ਈਚ ਐਂਡ ਐਵਰੀਥਿੰਗ ਮਸਟ ਬੀ ਟੇਕਨ ਇਨ ਮਾਈਂਡ। ਤਾਂ ਅੰਤ ਦੇ ਵਿੱਚ in the end there is again a request to you that please subscribe my channel and also like this video and share it with your near and dear ones। Thank you very much all of you, good luck।